वाहु वाहु कर है सेई जन सोने। वाहु वाहु कर है सेई जन सोने। वाहु वाहु कर है सेई जन सोने। वाहु वाहु इस दफ्तर के सब डिवीजन दराहा के जई साहिबान, कलैरिकल स्टाफ तो मेरे कर्मचारी साथियों, सब तो पहला आप सबनों सत श्री अकाल जी आयां नूं। इस दे नाल ही अज दे इस फंक्शन के मुख मेहमान सर मनजीत सिंह जी बिलासपुर, इन्हां दे नाल आए पतवंते सज्जन, नगर निवासी, रिश्तेदार, सब नूं मेरे वल्लों जी आयां नूं सत श्री अकाल प्रवान करनी। वाहिगुरू जी का खालसा, वाहिगुरू जी की फतेह। थोड़ा जिहा मैं मनजीत सिंह बारे दसना चाहुंदा भी असीं ये मनजीत सिंह जी इस दफ्तर दे विच 15/10/1983 नूं भर्ती होए सी। असीं भी उदों ही भर्ती होए सीगे ते दास बलविंदर सिंह बीजा मैं रिटायर हो गया तो जिन्ने भी मेरे कर्म साथी सर ने, मेरे प्रधान जी बैठे ने कढ़ाणी तो सर निर्मल सिंह जी बोपा राय प्रधान जी, ये भी रिटायर हो गए।
ਤੇ 3-4 ਸਾਥੀ ਅਸੀਂ ਰਹਿੰਦੇ ਹਾਂ ਵੀ ਜਿਹੜੇ ਰਹਿੰਦੇ ਨੇ ਵੀ ਜਿਹੜੇ 1983 'ਚ ਭਰਤੀ ਹੋਏ ਸੀਗੇ ਤੇ ਹੁਣ ਇਹਨਾਂ ਦੀ ਲਗਭਗ 39 ਸਾਲ ਦੀ ਸਰਵਿਸ ਹੋ ਗਈ ਤੇ 39 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੇ ਨੇ। ਤੇ ਮਨਜੀਤ ਸਿੰਘ ਸਾਡੇ ਨਾਲ 39 ਸਾਲ ਤੋਂ ਹੀ ਲਗਭਗ ਜੁੜੇ ਹੋਏ ਨੇ, ਕਿਉਂ ਅਸੀਂ ਇਕੱਠੇ ਰਹੇ ਹਾਂ। ਤੇ ਹੁਣ ਲੱਗਦਾ ਤਾਂ ਇਹ ਵੀ ਨਹੀਂ ਵੀ ਹੁਣੇ ਰਿਟਾਇਰ ਹੋ ਗਏ, ਕਿ ਹਲੇ ਜਵਾਨ ਪਏ ਨੇ। ਬਾਕੀ ਜਵਾਨ ਨੇ, ਸਾਡੇ ਜਥੇਬੰਦੀ ਦਾ ਸਹਿਯੋਗ ਦਿੰਦੇ ਰਹਿਣਗੇ। ਇਹਨਾਂ ਨੂੰ ਇਹ ਵੀ ਬੇਨਤੀ ਕਰਦਾ, ਹੁਣ ਅਸੀਂ ਵੀ ਰਿਟਾਇਰ ਹੋਣ ਤੋਂ ਬਾਅਦ ਦਫ਼ਤਰ ਆਉਂਦੇ ਹਾਂ, ਸਾਰਾ ਫੰਕਸ਼ਨ ਨਿਬੇੜਦੇ ਹਾਂ, ਸਾਰਿਆਂ ਨਾਲ ਵਿਚਰਦੇ ਹਾਂ। ਤੇ ਇਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਯੂਨੀਅਨ ਦਾ ਸਾਥ ਦਿੰਦੇ ਰਹਿਣ। ਚੰਦਾ ਤੇ ਬੰਦਾ ਜ਼ਰੂਰੀ ਆ, ਤੇ ਇੱਕ ਚੰਦਾ ਇੱਕ ਬੰਦਾ, ਬਈ ਇਹ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ, ਅੱਗੇ ਦਾ ਹੁੰਦਾ ਸੀ ਸਵੇਰੇ ਟਿਫਨ ਤਿਆਰ ਹੋਣਾ, ਆਪਦੇ ਕੰਮ 'ਤੇ ਜਾਣਾ, ਹੁਣ ਉਹ ਕੰਮ ਤੋਂ ਵਿਹਲੇ ਹੋ ਗਏ। ਕੰਮ ਤੋਂ ਵਿਹਲੇ ਹੋਣ ਕਰਕੇ ਤੇ ਬਾਕੀ ਹੁਣ ਸਹਿਯੋਗ ਜਿਹੜਾ ਸੋਸ਼ਲ ਕੰਮਾਂ 'ਚ ਦੇਣ। ਤੇ ਇੰਨਾ ਹੀ ਮੈਂ ਕਹਿੰਦਾ ਹੋਇਆ। ਹੁਣ ਮੈਂ ਸਾਡੇ ਜੇਈ ਸਾਹਿਬਾਨ ਨੇ, ਸਰ ਗੁਰਚਰਨ ਸਿੰਘ ਜੀ ਮੇਰੇ ਸੀਨੀਅਰ ਨੇ, ਤੇ ਮੈਂ ਇਹਨਾਂ ਦੇ ਸਾਹਮਣੇ ਜ਼ਿਆਦਾ ਬੋਲ ਵੀ ਨਹੀਂ ਸਕਦਾ ਕਿ ਉਹ ਸੀਨੀਅਰ ਪ੍ਰਧਾਨ ਨੇ ਸਾਡੇ ਇੱਥੇ ਜੇਈ ਸਾਹਿਬਾਨ ਨੇ। ਤੇ ਇਹਨਾਂ ਨੂੰ ਬੇਨਤੀ ਕਰਾਂਗਾ ਤੇ ਸਿਰਫ 2 ਮਿੰਟ ਵਾਸਤੇ ਮਨਜੀਤ ਸਿੰਘ ਬਾਰੇ ਆਪਣੇ ਵਿਚਾਰ ਰੱਖਣ। ਅੱਜ ਦੀ ਇਸ ਫੇਅਰਵੈਲ ਪਾਰਟੀ ਦੇ ਮੁੱਖ ਮਹਿਮਾਨ ਸਰਦਾਰ ਮਨਜੀਤ ਸਿੰਘ ਜੀ, ਉਹਨਾਂ ਦੇ ਨਾਲ ਆਏ ਹੋਏ ਬਹੁਤ ਹੀ ਪਤਵੰਤੇ ਸੱਜਣ, ਰਿਸ਼ਤੇਦਾਰ ਸਾਹਿਬਾਨ, ਸਾਕ ਸੰਬੰਧੀ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਪ੍ਰਧਾਨ ਜੀ ਬਲਵਿੰਦਰ ਸਿੰਘ ਜੀ ਤੇ ਨਿਰਮਲ ਸਿੰਘ ਜੀ ਪ੍ਰਧਾਨ ਜੀ, ਇਹ ਦੋਨੋਂ ਪ੍ਰਧਾਨ ਨੇ ਸਮਝਦਾ ਮੈਂ ਤਾਂ ਇਹਨੂੰ, ਕਿਉਂਕਿ ਸਾਰਾ ਕਾਰਜ ਹੁਣ ਵੀ ਇਹ ਰਿਟਾਇਰਮੈਂਟ ਤੋਂ ਬਾਅਦ ਸਾਰਾ ਇਹੀ ਕਰ ਰਹੇ ਨੇ। ਕਿਉਂ ਕਰ ਰਹੇ ਨੇ, ਇਹ ਵੀ ਇੱਕ ਕਾਰਨ ਆ। ਇਹਨਾਂ ਬਾਰੇ ਮੈਂ ਫਿਰ ਬਾਅਦ ਦੇ ਵਿੱਚ ਗੱਲ ਕਰਾਂਗਾ, ਕਿਉਂਕਿ ਅੱਜ ਤੋਂ ਕੋਈ 10 ਸਾਲ ਪਹਿਲਾਂ ਇਹ ਜਿਹੜਾ PWD ਪਰਿਵਾਰ ਸੀ, ਬਹੁਤ ਵੱਡਾ ਪਰਿਵਾਰ ਸੀ। ਘੱਟ ਤੋਂ ਘੱਟ ਇੱਥੇ ਵੀ 100 ਬੰਦੇ ਤੋਂ ਉੱਪਰ ਦੀ ਜਿਹੜੀ ਸਟਰੈਂਥ ਸੀਗੀ, ਹੁਣ ਘਟਦੀ ਇਸ ਸਮੇਂ 15-20 ਬੰਦਿਆਂ 'ਤੇ ਆ ਕੇ ਸਿਮਟ ਗਈ ਹੈ। ਕਿਉਂਕਿ 4 ਕਲਾਸ ਦੀ ਜਿਹੜੀ ਹੈਗੀ ਆ ਭਰਤੀ, ਉਹ ਸਰਕਾਰ ਵੱਲੋਂ ਕੀਤੀ ਨਹੀਂ ਗਈ। 4 ਕਲਾਸ ਦੇ ਵਿੱਚ ਸਾਡੇ ਹੀ ਜਿਹੜੇ ਬੱਚੇ ਨੇ, ਸਾਡੀਆਂ ਕੈਟਾਗਰੀਆਂ ਦੇ, ਉਹੀ ਆਉਂਦੇ ਨੇ, ਉਹਨਾਂ ਦੀ ਉਹ ਭਰਤੀ ਨਹੀਂ ਹੋ ਰਹੀ। ਸਰਕਾਰ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਵੀ ਉਂਝ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਇਹ ਕੈਟਾਗਰੀ ਆ, ਇਹਦੇ ਵਿੱਚ ਭਰਤੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਇਸ ਤੋਂ ਬਾਅਦ ਵੀ, ਰਿਟਾਇਰਮੈਂਟ ਤੋਂ ਬਾਅਦ ਵੀ, ਇਸੇ ਕਰਕੇ ਪ੍ਰਧਾਨ ਜੀ ਹੁਣੀ ਇਸ ਸਹਿਯੋਗ ਦਿੰਦੇ ਨੇ। ਮਨਜੀਤ ਸਿੰਘ ਨੂੰ ਪਹਿਲਾਂ ਉਹ ਵੀ ਬੇਨਤੀ ਕਰੀ ਹੈ ਤੇ ਮੈਂ ਵੀ ਕਰਾਂਗਾ ਕਿ ਇਹ ਇਸ ਤੋਂ ਬਾਅਦ ਵੀ ਸਾਡੇ ਨਾਲ ਅਟੈਚ ਰਹਿਣ। ਕੋਈ ਸਮਾਂ ਸੀ ਜਦੋਂ ਇਹ ਮਨਜੀਤ ਸਿੰਘ ਜੀ ਹੁਣੀ ਤੇ ਹੋਰ ਸਟਾਫ 50-50, 100-100 ਕਿਲੋਮੀਟਰ ਤੱਕ ਵੀ ਸਾਈਕਲ ਤੇ ਜਾ ਕੇ ਕੰਮ ਕਰਦੇ ਰਹੇ ਨੇ। ਬੜਾ ਲੰਮਾ ਪੈਂਡਾ ਤੈਅ ਕਰਦੇ ਰਹੇ ਨੇ, ਬੜਾ ਕਠਿਨ ਕੰਮ ਸੀਗਾ ਉਸ ਸਮੇਂ। ਹੁਣ ਉਹ ਕੰਮ ਨਹੀਂ ਰਹੇ, ਠੇਕੇਦਾਰੀ ਸਿਸਟਮ ਹੋ ਗਿਆ ਤੇ ਸਟਰੈਂਥ ਸਾਡੀ ਘਟਦੀ ਜਾਂਦੀ ਆ। ਪਬਲਿਕ ਕਹਿੰਦੀ ਆ ਕਿ PWD ਕੰਮ ਨਹੀਂ ਕਰਦੀ, ਲੇਕਿਨ ਕੰਮ ਸਾਡੇ ਕੋਲ ਬੰਦਿਆਂ ਦੀ ਘਾਟ ਆ। ਜਿੱਥੇ 1 ਕਿਲੋਮੀਟਰ ਦੇ ਵਿੱਚ 4 ਤੋਂ 5 ਬੰਦੇ ਕੰਮ ਕਰਦੇ ਸੀ, ਉੱਥੇ ਹੁਣ 1 ਕਿਲੋਮੀਟਰ ਦੇ ਵਿੱਚ 1 ਬੰਦਾ ਵੀ ਨਹੀਂ ਆ ਰਿਹਾ। ਤੇ ਹੁਣ ਤੁਸੀਂ ਹਿਸਾਬ ਲਓ, ਇੱਥੇ ਜੇ 400 ਕਿਲੋਮੀਟਰ ਆ ਸਾਡੇ ਇਸ ਸਬ ਡਿਵੀਜ਼ਨ ਦੇ ਵਿੱਚ, ਸਿਰਫ 4 ਬੰਦੇ ਨੇ। ਕੀ ਉਹ 4 ਬੰਦੇ ਇਸ ਸੜਕਾਂ ਦੀ ਮੇਨਟੇਨੈਂਸ ਕਰ ਸਕਦੇ ਨੇ? ਇਸ ਕਰਕੇ ਪਬਲਿਕ ਨੂੰ ਵੀ ਸਾਡੇ ਤੇ ਬੜਾ ਇਤਰਾਜ਼ ਰਹਿੰਦਾ, ਪਰ ਸਾਡਾ ਜਿਹੜਾ ਹੈਗਾ ਉਹ ਬੰਦਿਆਂ ਦੀ ਘਾਟ ਕਰਕੇ ਅਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ। ਠੇਕੇਦਾਰੀ ਸਿਸਟਮ ਦੇ ਵਿੱਚ ਉਹ ਚੀਜ਼ ਨਹੀਂ ਬਣਦੀ। ਸੋ ਹੁਣ ਮੈਂ ਬੇਨਤੀ ਕਰਾਂਗਾ ਸਰ ਮਨਜੀਤ ਸਿੰਘ ਬਾਰੇ। ਮੈਂ ਵੀ ਤਕਰੀਬਨ 1993 ਦੇ ਵਿੱਚ ਅਪਾਇੰਟਮੈਂਟ ਲਈ ਸੀ ਤੇ ਉਸ ਤੋਂ ਬਾਅਦ ਕਰਮਚਾਰੀ ਦਲ ਦੇ ਨਾਲ ਮੈਂ ਸੰਬੰਧਿਤ ਰਿਹਾ। ਮਨਜੀਤ ਸਿੰਘ ਜੀ ਵੀ ਪੰਜਾਬ ਸਟੇਟ ਕਰਮਚਾਰੀ ਦਲ ਨਾਲ ਸੰਬੰਧਿਤ ਰਹੇ ਨੇ ਤੇ ਮੈਂ ਖੰਨੇ ਇਸ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਉਸ ਤੋਂ ਬਾਅਦ ਪ੍ਰਮੋਸ਼ਨ ਹੋ ਗਈ, ਚਲੋ ਜੇਈ ਬਣ ਗਿਆ। ਇਹਨਾਂ ਨਾਲ ਉਸ ਸਮੇਂ ਵੀ ਸਾਡੇ ਇਕੱਠੇ ਹੁੰਦੇ ਸੀਗੇ, ਬੜੇ ਵੱਡੇ ਇਕੱਠ ਹੁੰਦੇ ਸੀ ਜਦੋਂ ਰਿਟਾਇਰਮੈਂਟ ਪਾਰਟੀ ਹੁੰਦੀ ਸੀ। ਅੱਜ ਅਸੀਂ ਥੋੜ੍ਹੇ ਜਿਹੇ ਬੰਦੇ ਬੈਠੇ ਹਾਂ। ਆਹ ਲਾਨ ਆ ਸਾਡਾ ਜਿਹੜਾ, ਇਹ ਪੂਰਾ ਟੈਂਟ ਨਾਲ ਭਰ ਜਾਂਦਾ ਸੀ। ਖੰਨੇ ਤੋਂ ਵੀ ਬੰਦੇ ਆਉਂਦੇ ਸੀ, ਦਰਾਹੇ ਤੋਂ ਵੀ ਆਉਂਦੇ ਸੀ, ਸਾਹਨੇ ਵਾਲਾ ਸਮਰਾਲਾ ਵੀ ਆਉਂਦੇ ਸੀ। ਬੜਾ ਵੱਡਾ ਇਕੱਠ ਹੋ ਜਾਂਦਾ। ਰਿਟਾਇਰਮੈਂਟ ਇੱਕ ਵਿਆਹ ਦਾ ਮਾਹੌਲ ਬਣ ਜਾਂਦਾ ਸੀ। ਸੋ ਉਹ ਸਮਾਂ ਬੜੀ ਦੂਰ ਲੱਦ ਗਿਆ। ਸਿਰਫ ਸਰਕਾਰ ਨੂੰ ਚਾਹੀਦਾ ਕਿ ਸਾਡੀ 4 ਕਲਾਸ ਦੀ ਜਿਹੜੀ ਭਰਤੀ ਹੈ ਇਹਨੂੰ ਭਰਿਆ ਜਾਵੇ ਤਾਂ ਕਿ ਸਾਡੀ ਸਟਰੈਂਥ ਸਾਡੀ ਬਣੀ ਰਹੇ। ਯੂਨੀਅਨ ਇੱਕ ਮੁੱਖ ਆ ਅੱਜ ਦੇ ਸਮੇਂ ਦੇ ਵਿੱਚ। ਜੇਕਰ ਸਾਡਾ ਇਕੱਠ ਨਹੀਂ ਹੈਗਾ ਤਾਂ ਅਸੀਂ ਸਰਕਾਰ ਤੋਂ ਜਾਂ ਹੋਰ ਕੋਈ ਕੰਮ ਨਹੀਂ ਕਰਵਾ ਸਕਦੇ। ਯੂਨੀਅਨ ਸਟਰੈਂਥ ਇਹ ਜ਼ਰੂਰੀ ਆ।
ਸੋ ਮਨਜੀਤ ਸਿੰਘ ਨੇ ਉਹਨਾਂ ਸਮਿਆਂ ਦੇ ਵਿੱਚ ਮੇਰੇ ਨਾਲ ਵੀ ਕੰਮ ਕਰਿਆ। ਕਦੋਂ ਮੈਨੂੰ ਕਾਲ ਦੀ ਲੋੜ ਪੈਂਦੀ ਸੀ, ਅਸੀਂ ਸਮਰਾਲਾ ਦਰਾਹਾ ਕਾਲ ਕਰਨੀ, ਇਹਨਾਂ ਨੇ ਸਾਡੇ ਨਾਲ ਪਹੁੰਚਣਾ, ਮੂਹਰੇ ਹੋ ਕੇ ਚੱਲਣਾ। ਬੜੇ ਮਿਹਨਤੀ ਰਹੇ ਨੇ, ਇਕੱਠਾਂ ਦੇ ਵਿੱਚ ਜਾਂਦੇ ਰਹੇ ਨੇ, ਸਰਕਾਰ ਦੇ ਨਾਲ ਆਡਾ ਲੈਂਦੇ ਰਹੇ ਹਾਂ। ਸੋ ਮਨਜੀਤ ਸਿੰਘ ਨੇ, ਮੈਂ ਤਕਰੀਬਨ ਇੱਥੇ 2016 ਤੋਂ ਆ ਗਿਆ ਸੀ, ਮੇਰੇ ਨਾਲ ਵੀ ਕੰਮ ਕੀਤਾ ਇਹਨਾਂ ਨੇ। ਮੈਨੂੰ ਵੀ ਜਦੋਂ ਕਿਤੇ ਸੜਕ ਤੇ ਲੋੜ ਪੈਂਦੀ ਹੈ, ਕਿਉਂਕਿ ਬੰਦਿਆਂ ਦੀ ਘਾਟ ਕਰਕੇ ਸਾਨੂੰ ਸਾਰੇ ਪਾਸੇ ਹੀ ਬੰਦਿਆਂ ਨੂੰ ਘੁਮਾਉਣਾ ਪੈਂਦਾ। ਜੇ ਅੱਜ ਕਿਸੇ ਦਾ ਮੈਸੇਜ ਆ ਗਿਆ ਜਾਂ ਕੋਈ ਹੋਰ ਹੋ ਗਿਆ ਤਾਂ ਹੋ ਸਕਦਾ ਵੀ ਸਾਨੂੰ ਇੱਧਰਲੇ ਬੰਦਿਆਂ ਨੂੰ ਸਾਰਿਆਂ ਨੂੰ ਇੱਕ ਸੜਕ ਤੇ ਉੱਧਰ ਲਿਜਾਣਾ ਪੈਂਦਾ। ਅਸੀਂ ਜਦੋਂ ਵੀ ਇਹ ਵੀ ਸਾਡੇ ਜੀ ਸਾਹਿਬ ਬਚਿੱਤਰ ਸਿੰਘ ਜੀ, ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਇਹਨਾਂ ਨੂੰ ਲੋੜ ਪੈਂਦੀ ਹੈ ਤਾਂ ਇਹਨਾਂ ਬੰਦੇ ਨੂੰ ਸਾਨੂੰ ਉੱਧਰ ਭੇਜਣਾ ਪੈਂਦਾ। ਕਿਸੇ MLA ਦੀ ਜਾਂ ਕਿਸੇ ਬੰਦੇ ਦੀ, ਲੀਡਰ ਦੀ ਕੋਈ ਆ ਗਈ, ਉੱਥੇ ਵੀ ਸਾਨੂੰ ਉਹ ਕੰਮ ਕਰਨਾ ਪੈਂਦਾ। ਕਿ ਸਾਡੇ ਬੰਦੇ ਥੋੜ੍ਹੇ ਨੇ, ਇਸ ਕਰਕੇ ਜਿੱਥੇ ਵੀ ਆਉਂਦਾ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਜਦੋਂ ਵੀ ਫੋਨ ਕਰਦੇ ਹਾਂ, ਇਹ ਜਦੇ ਭੱਜੇ ਆਉਂਦੇ ਨੇ। ਕਦੇ ਕੰਮ ਦੇ ਵਿੱਚ ਜਾਂ ਯੂਨੀਅਨ ਦੇ ਕੰਮ ਦੇ ਵਿੱਚ ਕਦੇ ਵੀ ਇਹਨਾਂ ਨੇ ਪਿੱਠ ਨਹੀਂ ਮੋੜੀ। ਜਿੱਥੇ ਤੱਕ ਸਾਡਾ ਇਹਨਾਂ ਨੂੰ ਸਹਿਯੋਗ ਦੇਣਾ ਹੋਇਆ ਤਾਂ ਅਸੀਂ ਵੀ ਇਹਨਾਂ ਨੂੰ ਪੂਰਨ ਤੌਰ 'ਤੇ ਸਹਿਯੋਗ ਦਿੰਦੇ ਰਹਿੰਦੇ ਹਾਂ। ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਹੋਰ ਆਉਂਦੀ ਆ, ਅਸੀਂ ਸਾਰੇ ਮੁਲਾਜ਼ਮਾਂ ਦਾ ਇਕੱਠੇ ਹੋ ਕੇ ਉਹਦਾ ਹੱਲ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਸਾਡਾ ਵੀਰ ਸਾਡੇ ਕੋਲੋਂ ਇਸ ਮਹਿਕਮੇ ਦੇ ਵਿੱਚੋਂ ਵਿਦਾਇਗੀ ਲੈ ਕੇ ਜਾ ਰਿਹਾ, ਸਾਡੇ ਦਿਲਾਂ ਦੇ ਵਿੱਚੋਂ, ਸਾਡੇ ਕੋਲੋਂ ਨਹੀਂ ਲੈ ਕੇ ਜਾ ਰਿਹਾ। ਅਸੀਂ ਇਹਨਾਂ ਨੂੰ ਇਦਾਂ ਹੀ ਫੇਰ ਫੁੱਲਾਂ ਦੇ ਮੰਗ ਆਪਣੇ ਹੱਥਾਂ 'ਤੇ ਚੱਕਦੇ ਰਹਾਂਗੇ। ਆਸ ਕਰਾਂਗੇ ਕਿ ਇਹ ਸਾਡੀ ਬੇਨਤੀ ਨੂੰ ਮੰਨਣਗੇ ਤੇ ਸਾਡੇ ਨਾਲ ਅਟੈਚ ਰਹਿਣਗੇ। ਕਿਉਂ ਜੇ ਅਟੈਚ ਰਹਿਣਗੇ ਤਾਂ ਸਿਹਤ ਸਾਡੀ ਚੱਲਦੀ ਰਹੂ। ਜੇ ਅਸੀਂ ਇੱਕ ਥਾਂ ਬੈਠ ਜਾਈਏ, ਪਾਣੀ ਵੀ ਇੱਕ ਥਾਂ ਖੜ ਜਾਵੇ ਤੇ ਉਹ ਵੀ ਬਦਬੂ ਮਾਰਨ ਲੱਗ ਜਾਂਦਾ। ਇਹ ਸਾਡੇ ਨਾਲ ਅਟੈਚ ਰਹਿਣਗੇ, ਆਉਂਦੇ ਜਾਂਦੇ ਰਹਿਣਗੇ, ਸਿਹਤ ਦਾ ਵੀ ਫਰਕ ਰਹੇਗਾ। ਤੇ ਇਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ। ਮੈਂ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ, ਪਰ ਸਮਾਂ ਹੈ ਨਹੀਂ, ਇਸ ਕਰਕੇ ਵੀਰ ਨੇ ਬੜੀ ਮਿਹਨਤ ਕੀਤੀ ਆ। ਹੁਣ ਵੀ ਸਾਡੇ ਨਾਲ ਅਟੈਚ ਰਹਿਣਗੇ। ਇੰਨੇ ਲਫ਼ਜ਼ ਕਹਿੰਦਾ ਹੋਇਆ ਮੈਂ ਸਾਡੇ ਵੀਰ ਬਚਿੱਤਰ ਸਿੰਘ ਜੀ, ਸਾਡੇ ਏ ਸਾਹਿਬਾਨ, ਜਿਹੜੇ ਕੁਛ ਹੀ ਦਿਨਾਂ ਦੇ ਵਿੱਚ SDO ਸਾਹਿਬਾਨ ਦਾ ਅਹੁਦਾ ਵੀ ਸੰਭਾਲਣਗੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਥੋੜ੍ਹੇ ਲਫ਼ਜ਼ ਵੀਰ ਜੀ ਬਾਰੇ ਜ਼ਰੂਰ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਹਰ ਕੰਮ ਨੂੰ ਬੜੇ ਸੁਚੱਜੇ ਢੰਗ ਨਾਲ, ਜਦੋਂ ਵੀ ਇਹਨਾਂ ਨੂੰ ਬੁਲਾਉਣਾ, ਚਾਹੇ ਉਹ ਦੂਰ ਨੇੜੇ, ਚਾਹੇ ਉਹ ਕਿਸੇ ਵੀ JE ਸਾਹਿਬ ਦੇ ਖੇਤਰ ਦਾ ਕੰਮ ਹੋਵੇ, ਜਦੋਂ ਵੀ ਇਹਨਾਂ ਨੂੰ ਸੁਨੇਹਾ ਮਿਲਣਾ, ਇਹਨਾਂ ਨੇ ਪਹਿਲ ਦੇ ਆਧਾਰ 'ਤੇ ਉੱਥੇ ਪਹੁੰਚ ਕੇ ਸਾਡੀ ਸ਼ੋਭਾ ਵਧਾਈ ਹੈ। ਇਸ ਲਈ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜਿਹੜੀ ਲਾਈਫ ਹੈ ਉਹ ਤੰਦਰੁਸਤੀ ਭਰੀ ਹੋਵੇ, ਖੁਸ਼ੀਆਂ ਭਰੀ ਹੋਵੇ, ਤੇ ਸਾਰੇ ਪਰਿਵਾਰ ਨੂੰ ਵੀ ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ, ਤੰਦਰੁਸਤੀ ਬਖਸ਼ੇ। ਮੈਂ ਆਪਣੇ ਵੱਲੋਂ ਤੇ ਆਪਣੇ ਮਹਿਕਮੇ ਵੱਲੋਂ ਮਨਜੀਤ ਸਿੰਘ ਜੀ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ, ਮਿੱਤਰਾਂ ਦੋਸਤਾਂ ਨੂੰ ਇਸ ਵਿਦਾਇਗੀ, ਉਹਨਾਂ ਦੀ ਸ਼ੁਭ ਵਿਦਾਇਗੀ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ। ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਨ ਸਰਦਾਰ ਬਲਜੀਤ ਸਿੰਘ ਜੀ, ਉਹਨਾਂ ਨੇ ਬੜੀ ਕੋਸ਼ਿਸ਼ ਕਰੀ ਸੀ ਕਿ ਇਸ ਪਾਰਟੀ ਨੂੰ ਅਟੈਂਡ ਕੀਤਾ ਜਾਵੇ, ਲੇਕਿਨ ਹਾਈ ਕੋਰਟ ਦੇ ਵਿੱਚ ਕੇਸ ਬਹੁਤ ਹੀ ਜ਼ਰੂਰੀ ਹੋ ਗਿਆ, ਜਿਸ ਕਰਕੇ ਉਹਨਾਂ ਨੂੰ ਜਾਣਾ ਪਿਆ। ਉਹਨਾਂ ਦੀ ਵੀ ਮੈਂ ਹਾਜ਼ਰੀ ਲਵਾਉਣਾ। ਉਹਨਾਂ ਦਾ ਵੀ ਬੜਾ ਦਿਲੋਂ ਇਹਨਾਂ ਨਾਲ ਪਿਆਰ ਆ, ਬੜਾ ਸਤਿਕਾਰ ਕਰਦੇ ਨੇ ਸਾਰੇ ਮੁਲਾਜ਼ਮਾਂ ਦਾ। ਸੋ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਵੀਰ ਦੀ ਲੰਮੀਆਂ ਉਮਰਾਂ ਬਖਸ਼ ਕਰਨ ਪਰਮਾਤਮਾ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ਣ। ਇਸ ਦੇ ਨਾਲ ਹੀ ਸਾਰੇ ਹੀ ਵੀਰਾਂ ਤੋਂ ਜਿੰਨੇ ਵੀ ਰਿਸ਼ਤੇਦਾਰ ਸਾਹਿਬਾਨ, ਭੈਣ ਭਾਈ ਆਏ ਨੇ, ਸਾਰਿਆਂ ਦਾ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਪ੍ਰਧਾਨ ਜੀ। ਆ ਲੈ ਆ ਜੀ ਅੱਜ ਕਰੋ ਨਹੀਂ ਕੋਈ ਡਨ ਕਰ ਰਿਹਾ ਨੂੰ ਅੱਜ ਤੇ ਫੋਟੋ ਬਹੁਤ ਬਹੁਤ ਵਧਾਈ। ਸਾਹਿਬ ਆ ਜਾਓ।
लगे तो चार चार का नाल हो जा उधर हो जा नाल के बोलो सोनिया चलो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਸਾਡੇ ਐਸਡੀਓ ਸਾਹਿਬਾਨ, ਜੇਈ ਸਾਹਿਬਾਨ, ਬਾਕੀ ਕਰਮਚਾਰੀ ਸਾਥੀ ਵੀਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਤੇ ਜੋ ਇਸ ਤੋਂ ਬਾਅਦ ਸਾਡੇ ਬੀਜਾ ਸਾਹਿਬ, ਪ੍ਰਧਾਨ ਜੀ ਨਿਰਮਲ ਸਿੰਘ ਜੀ ਔਰ ਜੇਈ ਸਾਹਿਬਾਨ ਕੋਈ ਵੀ ਦਫ਼ਤਰੀ ਹੁਕਮ ਕਰਨਗੇ ਅੱਗੇ ਵਾਸਤੇ ਮੈਂ ਸਾਥ ਦੇਣ ਨੂੰ ਤਿਆਰ ਹਾਂ, ਜੋ ਵੀ ਹੁਕਮ ਲਾਉਣਗੇ। ਬਾਕੀ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ। ਆਹ ਦਿਨ ਵੀ ਬਹੁਤ ਭਾਗਾਂ ਵਾਲੇ ਬੰਦਿਆਂ ਨੂੰ ਮਿਲਦਾ ਜੀ ਵੀ 40 ਸਾਲ ਮਹਿਕਮੇ 'ਚ ਬੜੀ ਮਿਹਨਤ ਕੀਤੀ ਆ। ਉਹ ਸਾਡੇ ਤੇ ਬਾਲਾਂ ਵੀ ਬਹੁਤ ਵਗੀਆਂ ਨੇ। ਸਾਡੇ ਬੀਜਾ ਸਾਹਿਬ ਨੂੰ, ਨਿਰਮਲ ਸਿੰਘ ਜੀ ਨੂੰ ਸਾਰਿਆਂ ਨੂੰ ਪਤਾ ਵੀ ਆਹ ਮੰਜ਼ਿਲ 'ਤੇ ਬਹੁਤ ਔਖਾ ਪਹੁੰਚਦਾ ਬੰਦਾ। ਉਹ ਵੀ ਪ੍ਰਮਾਤਮਾ ਕੰਨਿਓ ਜੇ ਕਿਰਪਾ ਹੋਵੇ ਉਹਦੀ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜਾ ਤੁਹਾਡਾ ਪਹਿਲਾ ਸਮੇਂ ਤੇ ਅੱਜ ਦੇ ਸਮੇਂ 'ਚ ਕੀ ਮਹਿਸੂਸ ਆ ਤੇ ਤੁਹਾਡਾ ਜਿਹੜਾ ਪਹਿਲਾ ਸਮਾਂ ਨਿਕਲਿਆ ਸਟਾਰਟਿੰਗ ਟਾਈਮ ਤੋਂ, ਕਿਉਂਕਿ 39 ਸਾਲ ਕਹਿ ਦੇਣਾ ਸੌਖਾ, ਉਹਦੇ 'ਚ ਪੂਰੀ ਤੁਸੀਂ ਜ਼ਿੰਦਗੀ ਨਿਭਾ ਗਏ। ਤੁਹਾਨੂੰ ਅੱਜ ਦੇ ਟਾਈਮ 'ਚ ਔਰ ਪਹਿਲੇ ਟਾਈਮ 'ਚ ਕੀ ਫਰਕ ਮਹਿਸੂਸ ਹੁੰਦੀ ਆ? ਕੀ ਉਹ ਸਰਕਾਰਾਂ ਵੇਖਦੀਆਂ ਤੇ ਅੱਜ ਦੀ ਸਰਕਾਰਾਂ 'ਚ ਕੀ ਮਹਿਸੂਸ ਹੁੰਦਾ? ਇਸ ਤੋਂ ਪਹਿਲਾਂ ਜੋ ਸਾਡਾ ਮਹਿਕਮਾ ਸੀਗਾ ਜੀ, ਉਹ ਆਪ ਕੰਮ ਕਰਦਾ ਸੀ। ਸਾਰੀ ਮਸ਼ੀਨਰੀ ਸਾਡੇ ਮਹਿਕਮੇ ਕੋਲੇ ਸੀ। ਉਸ ਤੋਂ ਬਾਅਦ ਮਸ਼ੀਨੀ ਯੁੱਗ ਹੋ ਗਿਆ, ਠੇਕੇਦਾਰੀ ਸਿਸਟਮ ਹੋ ਗਿਆ। ਤੇ ਇਸ ਤੋਂ ਬਾਅਦ ਬਸ ਕੁਛ ਆਰਾਮ ਦਾ ਕੰਮ ਹੋ ਗਿਆ। ਪਹਿਲਾਂ ਮਿਹਨਤ ਬੜੀ ਕੀਤੀ ਹੈ ਜੀ, 40 ਕਿਲੋਮੀਟਰ 'ਤੇ ਜਾ ਕੇ ਟੋਕਰੀਆਂ ਵੀ ਸਿਰੇ 'ਤੇ ਚੁੱਕੀਆਂ, ਡੁੱਕਾਂ ਵੀ ਪਾਈਆਂ ਨੇ। ਆ ਬੀਜਾ ਸਾਹਿਬ ਵੀ ਸਾਡੇ ਸਰਵੇਅਰ ਸਾਹਿਬ ਨੇ ਇਹ, ਤੇ ਨਿਰਮਲ ਸਿੰਘ ਪ੍ਰਧਾਨ ਜੀ, ਇਹ ਆਪਣੇ ਪਰਕਮੁਨਸੀ ਸਾਹਿਬ ਨੇ, ਇਹਨਾਂ ਨੇ ਵੀ ਸਫ਼ਰ ਪਹਿਲਾਂ ਹੀ ਸਾਈਕਲਾਂ ਦੀ ਬਹੁਤ ਕੀਤਾ ਜੀ। ਆ ਸਕੂਟਰ ਮੋਟਰਸਾਈਕਲ ਤਾਂ ਬਹੁਤ ਦੇਰ ਬਾਅਦ 'ਚ ਚਲੋ ਕਿਰਪਾ ਪ੍ਰਮਾਤਮਾ ਦੀ ਹੋਈ ਹੈ ਸਾਡੇ 'ਤੇ। ਨਹੀਂ 40 ਕਿਲੋਮੀਟਰ 'ਤੇ ਜਾ ਕੇ ਅਸੀਂ ਕੰਮ ਕੀਤਾ ਜੀ। ਵੀ ਹੁਣ ਕੁਛ ਰਾਹਤ ਮਹਿਸੂਸ ਹੋਈ ਆ ਬਾਅਦ 'ਚ ਆ ਕੇ। ਅੱਜ ਦੀ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਸਾਡੇ ਮਹਿਕਮੇ ਨੂੰ ਕੀ ਚੀਜ਼ ਦੀ ਘਾਟ ਆ, ਕੀ ਹੋਣਾ ਚਾਹੀਦਾ? ਕੀ ਠੇਕੇਦਾਰੀ, ਜੋ ਠੇਕੇਦਾਰੀ ਸਿਸਟਮ ਆ ਉਹ ਅੱਜ ਥੋਪਿਆ ਗਿਆ। ਜਿਹੜਾ ਪਹਿਲਾਂ ਵਾਲਾ ਸਿਸਟਮ ਸੀ ਤੇ ਪਹਿਲਾਂ ਵਾਲੀਆਂ ਜਿਹੜੀਆਂ ਸੜਕਾਂ ਬਣਦੀਆਂ ਸੀ, ਅੱਜ ਦੀਆਂ ਸੜਕਾਂ ਤੇ ਪਹਿਲੀਆਂ ਸੜਕਾਂ 'ਚ ਕੀ ਫਰਕ ਸੀ? ਜਿਹੜਾ ਕਿਉਂਕਿ ਠੇਕੇਦਾਰੀ ਸਿਸਟਮ ਆ ਉਹਦੇ 'ਚ ਪਹਿਲੇ ਯੁੱਗ 'ਚ ਕੀ ਫਰਕ ਸੀ? ਫਰਕ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਜੀ ਸਰਕਾਰ ਨੂੰ ਵੀ ਸਾਡੇ ਜੋ ਵੀ ਭਰਤੀ ਹੋਣੀ ਚਾਹੀਦੀ ਹੈ ਮਹਿਕਮੇ ਦੇ ਵਿੱਚ, ਨਾਲੇ ਤਾਂ ਬੱਚਿਆਂ ਨੂੰ ਰੁਜ਼ਗਾਰ ਮਿਲੇ ਜੀ। ਬਾਕੀ ਸਾਡੇ ਮਹਿਕਮੇ ਨੂੰ ਕੰਮ ਮਿਲਣਾ ਚਾਹੀਦਾ ਜੋ ਪਹਿਲੇ ਵਾਂਗ ਕਰਦੇ ਸੀ। ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ। सीनियर जेई में
ਟਰੋਫੀ ਫੜਾ ਦਿਓ ਕੁਛ ਫੜਾ ਦੇ ਚਾਬੀ ਜਦ ਮੈਂ ਫੜ ਲਾ ਹੁਣ ਉਧਰ ਫੋਟੋ ਕਰਾ ਲਾ ਫੋਟੋ ਕਰਾ